Recording in progress. So, आओ ਅਸੀਂ आओ ਅਸੀਂ ਇਸ ਦੀਆਂ ਪਹਿਲੀਆਂ 15 ਆਇਤਾਂ ਪਹਿਲਾਂ ਦੇਖੀਏ 15 16 ਪਹਿਲਾਂ ਦੇਖੀਏ ਮੈਂ ਪੜ੍ਹਦੀ ਹਾਂ ਪਾਸਟਰ ਜੀ। Go ahead, Mika. ਸਫ਼ਾ ਹੈਗਾ 367। ਤਦ ਇਜ਼ਰਾਈਲੀ ਲੋਕਾਂ ਨੇ ਫਿਰ ਪ੍ਰਭੂ ਦੇ ਵਿਰੁੱਧ ਪਾਪ ਕੀਤਾ ਅਤੇ ਉਸਨੇ 40 ਸਾਲਾਂ ਤੱਕ ਉਹਨਾਂ ਨੂੰ ਫਿਲਿਸਤੀ ਲੋਕਾਂ ਦੇ ਹੱਥੀਂ ਸੌਂਪ ਦਿੱਤਾ। ਉਸ ਸਮੇਂ ਉੱਥੇ ਦਾਨ ਦੇ ਕਬੀਲੇ ਦਾ ਇੱਕ ਆਦਮੀ ਮਨੋਆ ਨਾਂ ਦਾ ਸੀ, ਜੋ ਸਾਰਾ ਨਾਂ ਦੇ ਨਗਰ ਵਿੱਚ ਰਹਿੰਦਾ ਸੀ। ਉਸਦੀ ਪਤਨੀ ਬਾਂਝ ਸੀ। ਉਸਦੀ ਪਤਨੀ ਨੂੰ ਪ੍ਰਭੂ ਦੇ ਸਵਰਗਦੂਤ ਨੇ ਦਰਸ਼ਨ ਦੇ ਕੇ ਕਿਹਾ, ਤੂੰ ਅੱਜ ਤੱਕ ਬਾਂਝ ਹੈ ਅਤੇ ਇਸ ਲਈ ਤੇਰੇ ਘਰ ਕੋਈ ਸੰਤਾਨ ਨਹੀਂ ਹੈ, ਪਰ ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਇਸ ਲਈ ਉਸਦੇ ਜਨਮ ਤੱਕ ਤੂੰ ਦਾਖਸਰ ਜਾਂ ਸ਼ਰਾਬ ਨਾ ਪੀਵੀਂ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੀਂ। ਆਪਣੇ ਪੁੱਤਰ ਦੇ ਜਨਮ ਪਿੱਛੋਂ ਉਸਦੇ ਸਿਰ ਉੱਤੋਂ ਉਸਤਰੇ ਦੇ ਨਾਲ ਵਾਲ ਨਾ ਲਾਵੀਂ। ਉਹ ਜਨਮ ਤੋਂ ਹੀ ਪਰਮੇਸ਼ਰ ਦਾ ਨਜ਼ੀਰ ਹੋਵੇਗਾ। ਉਹ ਇਜ਼ਰਾਈਲੀ ਲੋਕਾਂ ਨੂੰ ਫਿਲਿਸਤੀ ਲੋਕਾਂ ਤੋਂ ਛੁਟਕਾਰਾ ਦੇਣ ਦਾ ਕੰਮ ਸ਼ੁਰੂ ਕਰੇਗਾ। ਉਸ ਔਰਤ ਨੇ ਆਪਣੇ ਪਤੀ ਨੂੰ ਇਹ ਸਭ ਦੱਸਿਆ। ਉਸਨੇ ਕਿਹਾ, ਪਰਮੇਸ਼ਰ ਦਾ ਇੱਕ ਬੰਦਾ ਮੇਰੇ ਕੋਲ ਆਇਆ, ਜੋ ਦੇਖਣ ਵਿੱਚ ਪਰਮੇਸ਼ਰ ਦਾ ਸਵਰਗਦੂਤ ਲੱਗਦਾ ਸੀ ਅਤੇ ਡਰਾਉਣਾ ਸੀ। ਮੈਂ ਉਸਨੂੰ ਪੁੱਛਿਆ ਨਹੀਂ ਸੀ ਕਿ ਉਹ ਕਿੱਥੋਂ ਆਇਆ ਹੈ ਅਤੇ ਨਾ ਹੀ ਉਸਨੇ ਮੈਨੂੰ ਦੱਸਿਆ ਕਿ ਉਹ ਕੌਣ ਹੈ, ਪਰ ਉਸਨੇ ਮੈਨੂੰ ਦੱਸਿਆ ਮੈਂ ਗਰਭਵਤੀ ਹੋਵਾਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵਾਂਗੀ। ਉਸਨੇ ਕਿਹਾ, ਮੈਂ ਦਾਖਸਰ ਤੇ ਸ਼ਰਾਬ ਨਾ ਪੀਵਾਂ ਅਤੇ ਨਾ ਕੋਈ ਅਸ਼ੁੱਧ ਚੀਜ਼ ਖਾਵਾਂ, ਕਿਉਂਕਿ ਉਹ ਮੁੰਡਾ ਆਪਣੇ ਜੀਵਨ ਭਰ ਪਰਮੇਸ਼ਰ ਦੇ ਸਾਹਮਣੇ ਨਜ਼ੀਰ ਦੇ ਰੂਪ ਵਿੱਚ ਅਰਪਿਤ ਰਹੇਗਾ। ਤਦ ਮਨੋਆ ਨੇ ਪ੍ਰਭੂ ਅੱਗੇ ਪ੍ਰਾਰਥਨਾ ਕੀਤੀ, ਹੇ ਪ੍ਰਭੂ, ਤੂੰ ਉਸ ਪਰਮੇਸ਼ਰ ਦੇ ਬੰਦੇ ਨੂੰ ਫਿਰ ਸਾਡੇ ਕੋਲ ਘੱਲ, ਜਿਸ ਨੂੰ ਤੂੰ ਪਹਿਲਾਂ ਸਾਡੇ ਕੋਲ ਘੱਲਿਆ ਸੀ, ਕਿ ਉਹ ਸਾਨੂੰ ਦੱਸੇ ਕਿ ਅਸੀਂ ਉਸ ਮੁੰਡੇ ਨਾਲ ਕੀ ਕਰੀਏ ਜੋ ਸਾਡੇ ਘਰ ਪੈਦਾ ਹੋਵੇਗਾ। ਪਰਮੇਸ਼ਰ ਨੇ ਮਨੋਆ ਦੀ ਪ੍ਰਾਰਥਨਾ ਸੁਣੀ ਅਤੇ ਉਸ ਦਾ ਸਵਰਗਦੂਤ ਉਸ ਦੀ ਪਤਨੀ ਕੋਲ ਉਸ ਸਮੇਂ ਜਦੋਂ ਉਹ ਖੇਤ ਵਿੱਚ ਸੀ ਆਇਆ, ਪਰ ਉਸ ਦਾ ਪਤੀ ਉਸ ਵੇਲੇ ਉੱਥੇ ਨਹੀਂ ਸੀ। ਉਹ ਤੁਰੰਤ ਆਪਣੇ ਪਤੀ ਨੂੰ ਸੱਦਣ ਗਈ ਅਤੇ ਉਸਨੂੰ ਕਿਹਾ, ਉਹ ਆਦਮੀ ਜੋ ਉਸ ਦਿਨ ਮੇਰੇ ਕੋਲ ਆਇਆ ਸੀ, ਅੱਜ ਵੀ ਮੇਰੇ ਕੋਲ ਆਇਆ ਹੈ। ਮਨੋਆ ਉੱਠ ਕੇ ਆਪਣੀ ਪਤਨੀ ਨਾਲ ਗਿਆ ਅਤੇ ਉਸਨੇ ਸਵਰਗਦੂਤ ਤੋਂ ਪੁੱਛਿਆ, ਕੀ ਤੂੰ ਉਹੀ ਆਦਮੀ ਹੈ ਜਿਸ ਨੇ ਮੇਰੀ ਪਤਨੀ ਨਾਲ ਗੱਲ ਕੀਤੀ ਸੀ? ਉਸਨੇ ਉੱਤਰ ਦਿੱਤਾ, ਹਾਂ। ਮਨੋਆ ਨੇ ਉਸ ਤੋਂ ਪੁੱਛਿਆ, ਜਦੋਂ ਤੇਰੇ ਕਹੇ ਸ਼ਬਦ ਪੂਰੇ ਹੋਣਗੇ ਤਾਂ ਉਹ ਮੁੰਡਾ ਕਿਸ ਤਰ੍ਹਾਂ ਰਹੇਗਾ? ਉਹ ਕੀ ਕੰਮ ਕਰੇਗਾ? ਸਵਰਗਦੂਤ ਨੇ ਉੱਤਰ ਦਿੱਤਾ, ਤੇਰੀ ਪਤਨੀ ਮੇਰੀਆਂ ਦੱਸੀਆਂ ਸਭ ਚੀਜ਼ਾਂ ਦਾ ਪਰਹੇਜ਼ ਕਰੇ। ਉਹ ਨਾ ਕੋਈ ਅੰਗੂਰਾਂ ਦੀ ਪੈਦਾਵਾਰ ਖਾਵੇ, ਨਾ ਦਾਖਸਰ, ਨਾ ਸ਼ਰਾਬ ਪੀਵੇ ਅਤੇ ਨਾ ਹੀ ਕੋਈ ਅਸ਼ੁੱਧ ਚੀਜ਼ ਖਾਵੇ। ਉਹ ਸਭ ਕੁਝ ਠੀਕ ਮੇਰੇ ਕਹੇ ਅਨੁਸਾਰ ਕਰੇ। ਮਨੋਆ ਜਾਣਦਾ ਨਹੀਂ ਸੀ ਕਿ ਉਹ ਪ੍ਰਭੂ ਦੇ ਸਵਰਗਦੂਤ ਨਾਲ ਗੱਲਾਂ ਕਰ ਰਿਹਾ ਹੈ। ਸੋ ਮਨੋਆ ਨੇ ਉਸਨੂੰ ਕਿਹਾ, ਸਾਡੀ ਬੇਨਤੀ ਹੈ ਕਿ ਤੂੰ ਕੁਝ ਚਿਰ ਠਹਿਰ ਤਾਂ ਅਸੀਂ ਤੇਰੇ ਲਈ ਲੇਲਾ ਪਕਾਈਏ। ਪਰ ਸਵਰਗਦੂਤ ਨੇ ਉੱਤਰ ਦਿੱਤਾ, ਮੈਂ ਨਾ ਤਾਂ ਠਹਿਰ ਸਕਦਾ ਹਾਂ ਅਤੇ ਨਾ ਹੀ ਤੇਰਾ ਪਕਾਇਆ ਭੋਜਨ ਖਾਵਾਂਗਾ, ਪਰ ਜੇਕਰ ਤੂੰ ਚਾਹੁੰਦਾ ਹੈ ਤਾਂ ਪ੍ਰਭੂ ਦੇ ਸਾਹਮਣੇ ਹੋਮ ਬਲੀ ਚੜਾ। ਆਮੀਨ। ਸੋ ਅਸੀਂ ਜਿਹੜੀ ਮੇਨ ਚੀਜ਼ ਇੱਥੇ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ ਆ ਕਿ ਅਸੀਂ ਲੋਕਾਂ ਦੇ ਹਾਲਾਤ ਦੇਖੇ, ਉਹਨਾਂ ਦੇ ਹਾਲਾਤ ਕਿੰਨੇ ਭੈੜੇ। ਔਰ ਇਹ ਜਿਹੜੀ ਮੂਵੀ ਬਣਾਈ ਗਈ ਆ, ਇਹ ਸਹੀ ਜਗ੍ਹਾ ਤੇ ਬਣਾਈ ਗਈ, ਜਿਸ ਲਈ ਉਹਨਾਂ ਨੇ ਸਾਨੂੰ ਗਾਜ਼ਾ ਦਿਖਾਇਆ ਤੇ ਅਸੀਂ ਉਹ ਹਿੱਸਾ ਦੇਖਾਂਗੇ ਜਿਸ ਦੇ ਵਿੱਚ ਇਹ ਸਾਰਾ ਕੁਝ ਆਉਂਦਾ। ਸੋ ਅਗਰ ਅਸੀਂ ਇੱਥੇ ਇਸ ਸਾਰੇ ਇਲਾਕੇ ਨੂੰ ਦੇਖੀਏ ਤਾਂ ਦਾਨ ਦਾ ਕਬੀਲਾ ਇੱਥੇ ਆ, ਔਰ ਆਹ ਜਿਹੜੀ ਜ਼ਮੀਨ ਆ ਹਾਲੇ ਤੱਕ ਯਹੂਦਾ ਦੇ ਕਬੀਲਾ ਵੀ ਇਹ ਜ਼ਮੀਨ ਨਹੀਂ ਜਿੱਤ ਸਕਿਆ। ਅਮਲੈਕ ਦੇ ਜਿਹੜੇ ਲੋਕ ਇੱਥੇ ਪਿੱਛੇ ਰਹਿੰਦੇ, ਤਾਂ ਇੱਥੇ ਜਿਹੜੇ ਹੈਗੇ ਆ ਉਹ ਫਿਲਿਸਤੀਆ ਦੇ ਜਿਹੜੇ ਲੋਕ ਆ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਹਮਲਾ ਕੀਤਾ, ਉਹ ਲੋਕ ਇੱਥੇ ਵਸਦੇ ਪਏ। ਔਰ ਉਹਨਾਂ ਨੇ ਯਹੂਦਾ ਦੇ ਕਬੀਲੇ ਨੂੰ ਨਹੀਂ ਛੇੜਿਆ, ਸਿਮੀਅਨ ਦੇ ਕਬੀਲੇ ਨੂੰ ਨਹੀਂ ਛੇੜਿਆ, ਉਹ ਸਿੱਧੇ ਦਾਨ ਦੇ ਕਬੀਲੇ ਨੂੰ ਪਏ। ਦੋ ਰੀਜ਼ਨ,
ਸਭ ਤੋਂ ਜ਼ਿਆਦਾ ਕੀ ਇਹ ਲੈਂਡ ਬਹੁਤ ਪ੍ਰੋਡਕਟਿਵ ਆ। ਇੱਥੋਂ ਬਹੁਤ ਸਾਰੀਆਂ ਭੇਡਾਂ, ਬੱਕਰੀਆਂ ਔਰ ਅਨਾਜ ਵਗੈਰਾ ਦਾ ਜਿਹੜਾ ਬੇਸਿਕਲੀ ਮੇਨ ਧਰਤੀ ਜਿਹੜੀ ਸੀ ਉਹ ਦਾਨ ਦੇ ਕਬੀਲੇ ਦੇ ਕੋਲ ਸੀ। ਸੋ ਅਸੀਂ ਜਿਸ ਵੇਲੇ ਇਸ ਸਾਰੇ ਹਿੱਸੇ ਨੂੰ ਦੇਖਦੇ ਪਏ ਤਾਂ ਅਸੀਂ ਇਹ ਦੇਖਦੇ ਪਏ ਕਿ ਫਿਲਿਸਤੀ ਲੋਕਾਂ ਨੇ ਦਾਨ ਦੇ ਕਬੀਲੇ ਦੇ ਉੱਤੇ ਹਮਲਾ ਕੀਤਾ, ਔਰ ਦਾਨ ਦੇ ਕਬੀਲੇ ਦੇ ਵਿੱਚ ਅਸੀਂ ਦੇਖਦੇ ਪਏ ਹਾਂ ਕਿ ਜਿਹੜਾ ਸੈਮਸਨ ਆ ਉਹ ਪ੍ਰਭੂ ਨੇ ਉਸਨੂੰ ਦਾਨ ਦੇ ਕਬੀਲੇ ਦੇ ਵਿੱਚ ਉਸਨੂੰ ਪੈਦਾ ਕੀਤਾ, ਔਰ ਇੱਥੇ ਉਹ ਪ੍ਰਭੂ ਦੇ ਲਈ ਜਿਹੜਾ ਪ੍ਰਭੂ ਨੇ ਜਿਸ ਕੰਮ ਦੇ ਲਈ ਉਸਨੂੰ ਚੁਣਿਆ ਤੇ ਉਹ ਉਹਨਾਂ ਨੂੰ ਫਲਸਤੀਆਂ ਤੋਂ ਆਜ਼ਾਦ ਤਾਂ ਨਹੀਂ ਉਹ ਹੋ ਸਕਦੇ, ਲੇਕਿਨ ਫਲਸਤੀਆਂ ਤੋਂ ਥੋੜਾ ਜਿਹਾ ਛੁਟਕਾਰਾ ਦਵਾਏ, ਉਸ ਨੂੰ ਪ੍ਰਭੂ ਨੇ ਇੱਥੇ ਚੁਣਿਆ। ਇੱਥੇ ਪ੍ਰਭੂ ਨੇ ਇਹ ਵੀ ਚੀਜ਼ ਦਿਖਾਈ ਕਿ ਪ੍ਰਭੂ ਦੇ ਲਈ ਵੱਡੀਆਂ ਵੱਡੀਆਂ ਫੌਜਾਂ ਦੀ ਲੋੜ ਨਹੀਂ, ਅਗਰ ਇੱਕੋ ਹੀ ਬੰਦੇ ਦੇ ਉੱਤੇ ਉਹ ਆਪਣਾ ਰਹਿਮ ਕਰਦਾ ਹੈ ਤਾਂ ਉਹ ਹੀ ਬਹੁਤ ਆ। ਸੇਮ ਟਾਈਮ ਇੱਥੇ ਈਲਾਈ ਔਰ ਸੈਮੂਅਲ ਉਹ ਚੱਲਦੇ ਪਏ ਆ। ਸੈਮੂਅਲ ਦੀ ਮਾਂ ਨੂੰ ਵੀ ਇੱਥੇ 2 ਬਾਂਝ ਮਾਵਾਂ ਦੀ ਸਟੋਰੀ ਆ, 2 ਬਾਂਝ ਮਾਵਾਂ ਦੀ ਸਟੋਰੀ ਆ, ਔਰ ਇੱਕ ਬਾਂਝ ਕੌਮ ਦੀ ਸਟੋਰੀ ਆ। ਇੱਕ ਬਾਂਝ ਕੌਮ ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰਭੂ ਨੂੰ ਪਰਾਂ ਰੱਖ ਕੇ ਆਪਣੇ ਆਪ ਨੂੰ ਬਾਂਝ ਕਰ ਲਿਆ, ਔਰ 2 ਮਾਵਾਂ ਜਿਨ੍ਹਾਂ ਦਾ ਧਿਆਨ ਪ੍ਰਭੂ ਦੇ ਵੱਲ ਲੱਗਾ ਆ, ਉਹਨਾਂ ਮਾਵਾਂ ਦੀਆਂ ਕੁੱਖਾਂ ਨੂੰ ਪ੍ਰਭੂ ਨੇ ਭਾਗ ਲਾਇਆ। ਔਰ ਇੱਥੇ ਸੈਮਸਨ ਆ, ਔਰ ਇੱਥੇ ਇਸ ਵੇਲੇ ਸੈਮੂਅਲ ਆ। ਅਸੀਂ ਇਹ ਵਕਤ ਦੀਆਂ ਚੀਜ਼ਾਂ ਬਾਅਦ ਦੇ ਵਿੱਚ ਦੇਖਾਂਗੇ, ਔਰ ਇੱਥੇ ਅਸੀਂ ਜਿਹੜੀ ਮੇਨ ਚੀਜ਼ ਆ ਉਸ ਦੇ ਉੱਤੇ ਹੁਣ ਅਸੀਂ ਆਉਣੇ ਆ। ਦਾਨ ਦੇ ਕਬੀਲੇ ਨੂੰ ਪ੍ਰਭੂ ਨੇ ਭਾਗ ਲਾਇਆ, ਦਾਨ ਦੇ ਕਬੀਲੇ ਨੂੰ ਆ ਕੇ ਦੱਸਿਆ ਕਿ ਤੇਰੇ ਘਰ ਅੱਜ ਤੱਕ ਸੰਤਾਨ ਨਹੀਂ ਹੋਈ। ਅਜੀਬ ਚੀਜ਼ ਹੈ, ਇੱਕ ਅਜੀਬ ਚੀਜ਼ ਹੈ ਇਹ। ਸੰਤਾਨ ਕਦੀ ਅਸੀਂ ਦੇਖਿਆ ਕਿ ਉਹ ਸੰਤਾਨ ਤਾਂ ਅਸੀਂ ਸਰਾਈ ਦੇ ਘਰ ਵੀ ਨਹੀਂ ਪੈਦਾ ਹੋਈ, ਜਿਸ ਦਾ ਨਾਮ ਬਾਅਦ ਦੇ ਵਿੱਚ ਸਾਰਾ ਰੱਖਿਆ ਗਿਆ, ਉਹ ਵੀ ਬਾਂਝ ਸੀ। ਔਰ ਇੱਥੇ ਅਸੀਂ ਦੇਖਦੇ ਪਏ ਹਾਂ ਕਿ ਸੈਮਸਨ ਦੀ ਮਾਂ ਵੀ ਬਾਂਝ ਆ, ਸੈਮੂਅਲ ਦੀ ਮਾਂ ਵੀ ਬਾਂਝ ਆ, ਔਰ ਪ੍ਰਭੂ ਯਿਸੂ ਮਸੀਹ ਜਿਸ ਤੋਂ ਪੈਦਾ ਹੋਇਆ ਉਸ ਤੋਂ ਬੱਚਾ ਕਦੀ ਪੈਦਾ ਨਹੀਂ ਸੀ ਹੋਇਆ, ਉਹ ਕੁਆਰੀ ਸੀ। ਅਸੀਂ ਮਾਂ ਨੂੰ ਪ੍ਰਭੂ ਨੇ, ਔਰਤ ਜਾਤ ਨੂੰ ਪ੍ਰਭੂ ਨੇ ਇੰਨੀ ਵੱਡਾ ਮਾਣ ਦਿੱਤਾ, ਐਡਾ ਵੱਡਾ ਮਾਣ ਦਿੱਤਾ। ਅਗਰ ਫਿਰ ਵੀ ਅੱਜ ਕੱਲ ਜਿਹੜੀਆਂ ਔਰਤਾਂ ਆ ਬਹੁਤ ਸਾਰੀਆਂ ਉਹ ਪਰਾਂ ਨੂੰ ਦੌੜਦੀਆਂ ਪਈਆਂ ਕਿ ਬਾਈਬਲ ਦੀ ਸਾਨੂੰ ਜ਼ਰੂਰਤ ਨਹੀਂ, ਕਿਉਂਕਿ ਬਾਈਬਲ 'ਚ ਸਾਨੂੰ ਇੱਜ਼ਤ ਨਹੀਂ ਮਿਲੀ। ਇੰਨੀ ਇੱਜ਼ਤ ਕਿਸੇ ਨੇ ਕਿਸੇ ਨੂੰ ਨਹੀਂ ਦਿੱਤੀ ਜਿੰਨੀ ਬਾਈਬਲ ਦੇ ਵਿੱਚ ਔਰਤ ਨੂੰ ਇੱਜ਼ਤ ਦਿੱਤੀ ਗਈ ਹੈ। ਇਸ ਤੋਂ ਵੱਡੀ ਇੱਜ਼ਤ ਹੋਰ ਕੋਈ ਨਹੀਂ ਕਿ ਪ੍ਰਭੂ ਨੇ ਔਰਤ ਨੂੰ ਬਰਕਤ ਤੋਂ ਬਾਅਦ ਬਰਕਤ ਦਿੱਤੀ, ਔਰ ਜੋ ਅਬਰਾਹਮ ਦੇ ਨਾਲ ਪ੍ਰੋਮਿਸ ਸੀਗਾ ਉਹ ਵੀ ਇੱਕ ਸੰਤਾਨ ਸੀ, ਔਰ ਉਹ ਆਇਜ਼ਕ ਜਿਹੜਾ ਪੈਦਾ ਹੋਇਆ, ਇਸਹਾਕ ਜੋ ਪੈਦਾ ਹੋਇਆ, ਉਹ ਪ੍ਰਭੂ ਦੇ ਵਾਅਦੇ ਦੇ ਨਾਲ ਪੈਦਾ ਹੋਇਆ ਔਰ ਇੱਕ ਬਾਂਝ ਤੋਂ ਪੈਦਾ ਹੋਇਆ। ਸੋ ਹੁਣ ਅਸੀਂ ਇਹ ਦੇਖਦੇ ਅੱਗੇ ਜਾ ਕੇ ਦੇਖਦੇ ਹਾਂ, ਔਰ ਉਸਨੂੰ ਕਿਹਾ ਕਿ ਨਜ਼ੀਰ ਹੋਏਗਾ। ਔਰ ਇਸ ਮੂਵੀ ਦੇ ਵਿੱਚ ਮੈਨੂੰ ਇੱਕ ਚੀਜ਼ ਬਹੁਤ ਸੋਹਣੀ ਲੱਗੀ ਜਿਹੜੀ ਇਹਨਾਂ ਨੇ ਬਿਲਕੁਲ ਸਹੀ ਦਿਖਾਈ, ਪਰ ਥੋੜੀ ਸਹੀ ਦਿਖਾਈ। ਨਜ਼ੀਰ ਦੀਆਂ ਗੁੱਤਾਂ ਹੁੰਦੀਆਂ, ਪਰ ਸਿਰਫ ਇਹਨਾਂ ਵਾਲਾਂ ਦੀਆਂ ਹੁੰਦੀਆਂ। ਆਹ ਜਿਹੜੇ ਵਾਲ ਆ, ਆਹ ਜਿਹੜੇ ਕੰਨਾਂ ਦੇ ਲਾਗੇ ਦੇ ਵਾਲ ਆ, ਇਹਨਾਂ ਦੀਆਂ ਉਹਨਾਂ ਨੇ ਗੁੱਤਾਂ ਕੀਤੀਆਂ ਹੁੰਦੀਆਂ। ਮੈਂ ਕੱਲ ਨੂੰ ਤੁਹਾਨੂੰ ਅੱਜ ਵੀ ਜਿਹੜੇ ਲੋਕ ਨਜ਼ੀਰ ਆ ਉਹ ਕੱਲ ਨੂੰ ਮੈਂ ਤੁਹਾਨੂੰ ਦਿਖਾਵਾਂਗਾ। ਮਾਂ ਬਾਪ ਨੇ ਜਿਹੜੇ ਬੱਚੇ ਪ੍ਰਭੂ ਦੀ ਨਜ਼ੀਰ ਦਾ ਮਤਲਬ ਹੁੰਦਾ ਜਿਹੜਾ ਨਜ਼ਰ ਕਰਦਾ, ਉਹ ਪ੍ਰਭੂ ਦਾ ਹੈ, ਉਹ ਪ੍ਰਭੂ ਦੀ ਸੇਵਾ ਦੇ ਲਈ ਦੇ ਦਿੱਤਾ ਗਿਆ। ਜਨਮ ਤੋਂ ਹੀ ਪ੍ਰਭੂ ਦੀ ਸੇਵਾ ਦੇ ਲਈ ਦੇ ਦਿੱਤਾ ਗਿਆ, ਔਰ ਉਸ ਨੂੰ ਅੱਜ ਵੀ ਜਿਹੜੇ ਯਹੂਦੀ ਪੜ੍ਹਾਉਂਦੇ ਆ
ਉਹ ਉਸਨੂੰ ਉਸੇ ਸਕੂਲ ਦੇ ਵਿੱਚ ਘੱਲਦੇ ਆ ਜਿੱਥੇ ਪ੍ਰਭੂ ਦੇ ਬੰਦਿਆਂ ਦੀ ਤਿਆਰੀ ਹੁੰਦੀ ਆ। ਸੋ ਉਹ ਨਜ਼ੀਰ ਆ, ਔਰ ਉਸਨੇ ਜਿੱਦਾਂ ਸੈਮਸਨ ਨੇ ਗੁੱਤਾਂ ਕੀਤੀਆਂ, that was half truth, it is truth, ਕਿਉਂਕਿ ਬਹੁਤ ਸਾਰੀਆਂ ਜਗ੍ਹਾਵਾਂ ਤੇ ਸੈਮਸਨ ਦੇ ਵੱਡੇ ਵੱਡੇ ਬਾਲ ਤੇ ਜੱਤਾਂ ਦਿਖਾ ਦਿੰਦੇ ਆ। that is not right, that's not right। ਨਜ਼ਰ ਦਾ ਕਰਨ ਦਾ ਮਤਲਬ ਇਹ ਹੁੰਦਾ ਸੀਗਾ, ਨਜ਼ਰ ਕਰਨ ਦਾ ਮਤਲਬ ਇਹ ਨਹੀਂ ਕੋਈ ਬਾਲ ਨਹੀਂ ਕੱਟ ਸਕਦਾ। ਨਜ਼ਰ ਕਰਨ ਦਾ ਮਤਲਬ ਕਿ ਉਹ ਆਪਣੇ ਇਹ ਜਿਹੜੇ ਹਿੱਸੇ ਦੇ ਬਾਲ ਉਸਨੇ ਨਹੀਂ ਕੱਟੇ, ਔਰ ਇੱਥੇ ਇਹਨਾਂ ਬਾਲਾਂ ਦੀਆਂ ਗੁੱਤਾਂ ਕੀਤੀਆਂ ਹੁੰਦੀਆਂ ਸੀ, ਔਰ ਲੋਕਾਂ ਨੂੰ ਦੂਰੋਂ ਦੇਖ ਕੇ ਪਤਾ ਲੱਗ ਜਾਂਦਾ ਸੀ ਕਿ ਇਹ ਬੱਚਾ ਪ੍ਰਭੂ ਦੀ ਨਜ਼ਰ ਕੀਤਾ ਗਿਆ। ਦੱਸ ਇਹ ਚੀਜ਼ ਹੁੰਦੀ ਸੀ। ਲੇਕਿਨ ਮਾਂ ਨੂੰ ਫਰਿਸ਼ਤੇ ਨੇ ਆ ਕੇ ਇਹ ਚੀਜ਼ ਕਹੀ ਕਿ ਤੂੰ ਬਾਂਝ ਜਾ, ਪ੍ਰਭੂ ਤੇਰੇ ਤੋਂ ਇੱਕ ਸੰਤਾਨ ਪੈਦਾ ਕਰੇਗਾ। ਉਸਨੇ ਤੇਰੇ ਦੁੱਖ ਨੂੰ ਵੀ ਜਾਣਿਆ, ਔਰ ਜਿਸ ਧਰਤੀ ਦੇ ਤੂੰ ਵਸ ਰਹੀ ਆ ਉਹਦੇ ਦੁੱਖ ਨੂੰ ਵੀ ਜਾਣਿਆ। ਦੋ ਦੁਖੀ ਆ ਉੱਥੇ, ਇੱਕ ਪ੍ਰਭੂ ਦੀ ਬੰਦੀ ਉਹ ਦੁਖੀ ਆ, ਇੱਕ ਕੌਮ ਉਹ ਦੁਖੀ ਆ, ਔਰ ਇੱਕ ਧਰਤੀ ਆ ਜਿਹੜੀ ਦੁਖੀ ਆ। ਮਾਂ ਉਹ ਬਾਂਝ ਆ, ਕੌਮ ਉਹ ਫਿਲਸਤੀਆਂ ਦੀ ਅੱਡੀ ਥੱਲੇ, ਧਰਤੀ ਉਹਨਾਂ ਦੇ ਪਾਪ ਦੇ ਕਾਰਨ ਕਰਾ ਰਹੀ ਆ, ਕਿਉਂਕਿ ਉਹ ਆਪਣੇ ਦੇਵਤਿਆਂ ਦੀ ਪੂਜਾ ਉੱਥੇ ਲਿਆ ਰਹੇ। ਔਰ ਬਹੁਤ ਸਾਰੇ ਇਜ਼ਰਾਈਲੀ ਉਹਨਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੇ ਜਿਹੜਾ ਦੇਵਤਾ ਉਹਦੀ ਪੂਜਾ ਕਰਦੇ ਪਏ, ਉਹਦੀ ਪੂਜਾ ਕਰਦੇ ਪਏ। ਔਰ ਇਹ ਚੀਜ਼ ਇੱਥੇ ਹੀ ਖਤਮ ਨਹੀਂ ਹੁੰਦੀ, ਅਸੀਂ ਇਸ ਨੂੰ ਸੈਮੂਅਲ ਦੇ ਵਿੱਚ ਵੀ ਦੇਖਦੇ ਹਾਂ, ਉੱਥੇ ਵੀ ਪੂਰੀ ਹੁੰਦੀ ਪਈ ਆ। ਸੋ ਉਸਨੇ ਕਿਹਾ ਕਿ ਉਹਦੇ ਜਨਮ ਤੱਕ ਤੂੰ ਇਹਨਾਂ ਚੀਜ਼ਾਂ ਨੂੰ ਨਹੀਂ ਛੇੜਨਾ, ਤੂੰ ਅੰਗੂਰ ਦੀ ਕਿਸੇ ਵੀ ਫਸਲ ਨੂੰ ਨਹੀਂ ਛੇੜਨਾ, ਨਾ ਤੂੰ ਉਸਦਾ ਫਲ ਖਾਣਾ, ਨਾ ਉਸਦੀਆਂ ਬਣਾਈਆਂ ਸੌਗੀਆਂ ਖਾਣੀਆਂ, ਨਾ ਉਸਦਾ ਰਸ ਪੀਣਾ, ਨਾ ਹੀ ਉਸਦੇ ਰਸ ਤੋਂ ਬਣਾਈ ਜਿਹੜੀ ਵਾਈਨ ਆ ਉਹ ਤੂੰ ਪੀਣੀ, ਨਾ ਤੂੰ ਦਾਖਸਾਰ ਉਸ ਤੋਂ ਬਣਾਈ ਪੀਣੀ। ਸੋ ਇਹ ਦਾਖਸਾਰ ਨੂੰ ਕਿੱਥੇ ਇਸ ਕਿੱਥੇ ਸਰਾਫ ਦੇ ਥੱਲੇ ਆਈ, ਔਰ ਕਿੱਥੇ ਇਸ ਨੂੰ ਬਰਕਤ ਮਿਲੀ। ਮੇਰੇ ਨਾਲ ਉਤਪਤ ਦੇ 9ਵੇਂ ਪਾਠ ਦੇ ਵਿੱਚ ਆ, ਇੱਥੇ ਲਿਖ ਲਓ ਕਿ ਕਿਉਂ ਇੱਕ ਨਜ਼ੀਰ ਜਿਹੜਾ ਆ ਉਹ ਦਾਖਸਾਰ ਨਹੀਂ ਪੀ ਸਕਦਾ। ਨੌਵਾਂ ਭਾਵ ਉਤਪਤ ਦਾ 12 ਪੰਨਾ, ਇੱਥੇ ਤੁਸੀਂ ਲਿਖ ਵੀ ਸਕਦੇ ਆ। ਉਸ ਦੀਆਂ 18 ਆਇਤ ਤੋਂ ਲੈ ਕੇ 28 ਆਇਤ। ਮੈਂ ਪੜ੍ਹ ਦਿੰਦੀ ਕੁਐਸਚਨ। ਗੋ ਹੈਡ ਮੇਰੀ ਭੈਣ। ਨੂਹ ਅਤੇ ਉਸਦੇ ਪੁੱਤਰ। ਨੂਹ ਦੇ 3 ਪੁੱਤਰ ਸ਼ੇਮ, ਹਾਮ ਅਤੇ ਜਾਫਤ ਕਿਸ਼ਤੀ ਵਿੱਚੋਂ ਬਾਹਰ ਗਏ। ਹਾਮ ਕਨਾਨ ਦਾ ਪਿਤਾ ਸੀ, ਸੋ ਇਹ ਨੂਹ ਦੇ 3 ਪੁੱਤਰ ਸਨ, ਜਿਨ੍ਹਾਂ ਤੋਂ ਅੱਗੇ ਸਾਰੀ ਮਾਨਵ ਜਾਤੀ ਨੇ ਜਨਮ ਲਿਆ। ਨੂਹ ਪਹਿਲਾ ਮਨੁੱਖ ਸੀ ਜਿਸ ਨੇ ਜ਼ਮੀਨ ਨੂੰ ਬਾਇਆ ਅਤੇ ਅੰਗੂਰੀ ਬਾਗ ਲਾਇਆ। ਉਹ ਇੱਕ ਦਿਨ ਸ਼ਰਾਬ ਪੀ ਕੇ ਨੰਗਾ ਆਪਣੇ ਤੰਬੂ ਵਿੱਚ ਲੰਮਾ ਪਿਆ ਹੋਇਆ ਸੀ, ਤਾਂ ਉਸਦੇ ਪੁੱਤਰ ਹਾਮ ਨੇ, ਜੋ ਕਨਾਨ ਦਾ ਪਿਤਾ ਸੀ, ਆਪਣੇ ਪਿਓ ਨੂੰ ਇਸ ਹਾਲਤ ਵਿੱਚ ਦੇਖਿਆ ਅਤੇ ਜਾ ਕੇ ਆਪਣੇ ਦੂਜੇ ਭਰਾਵਾਂ ਨੂੰ ਦੱਸਿਆ। ਤਦ ਸ਼ੇਮ ਅਤੇ ਜਾਫਤ ਨੇ ਆਪਣੇ ਮੋਢਿਆਂ ਤੇ ਚਾਦਰ ਲੈ ਕੇ ਅਤੇ ਪਿਛਲੇ ਪੈਰੀਂ ਚੱਲ ਕੇ ਆਪਣੇ ਪਿਓ ਤੇ ਉਹ ਪਾ ਦਿੱਤੀ। ਉਹਨਾਂ ਨੇ ਆਪਣੇ ਪਿਓ ਦਾ ਨੰਗੇਜ਼ ਨਾ ਦੇਖਿਆ। ਫਿਰ ਜਦੋਂ ਨੂਹ ਜਾਗਿਆ ਤਾਂ ਉਸਨੂੰ ਪਤਾ ਲੱਗਾ ਕਿ ਉਸਦੇ ਛੋਟੇ ਪੁੱਤਰ ਨੇ ਕੀ ਕੀਤਾ। ਤਾਂ ਉਸਨੇ ਕਿਹਾ, ਕਨਾਨ ਤੇ ਇਹ ਸਰਾਪ ਹੋਵੇਗਾ, ਉਹ ਆਪਣੇ ਭਰਾਵਾਂ ਦਾ ਗੁਲਾਮ ਬਣ ਕੇ ਰਹੇਗਾ। ਉਸਨੇ ਅੱਗੇ ਕਿਹਾ, ਪ੍ਰਭੂ ਮੇਰਾ ਪਰਮੇਸ਼ਰ ਸ਼ੇਮ ਨੂੰ ਅਸੀਸਤ ਕਰੇ ਅਤੇ ਕਨਾਨ ਉਸਦੀ ਗੁਲਾਮੀ ਕਰੇ। ਪਰਮੇਸ਼ਰ ਜਾਫਤ ਨੂੰ ਵਧਾਵੇ, ਉਹ ਸ਼ੇਮ ਦੇ ਨਾਲ ਮਿਲ ਕੇ ਰਹੇ ਅਤੇ ਕਨਾਨ ਉਸਦੀ ਗੁਲਾਮੀ ਕਰੇ। ਹੜ੍ਹ ਦੇ ਪਿੱਛੋਂ ਨੂਹ 350 ਸਾਲ ਹੋਰ ਜਿਉਂਦਾ ਰਿਹਾ, ਸੋ ਉਸਦੇ ਮਰਨ ਸਮੇਂ ਕੁੱਲ ਉਮਰ 950 ਸਾਲ ਸੀ। ਆਮੀਨ। ਪਿਛਲੇ 350 ਸਾਲ ਦਾ ਸਾਨੂੰ ਨੂਹ ਦਾ ਕੱਖ ਨਹੀਂ ਪਤਾ, ਕੁਛ ਨਹੀਂ ਪਤਾ ਕਿ ਉਹਨੇ ਕੀ ਕੀਤਾ, ਅਦਰ ਦੈਨ ਜਿਹੜੇ ਚਾਈਨੀਜ਼ ਲਿਟਰੇਚਰ ਦੇ ਵਿੱਚ ਸਾਨੂੰ ਕੁਛ ਚੀਜ਼ਾਂ ਮਿਲਦੀਆਂ, ਪਰ ਉਹ ਬਾਈਬਲ ਦੇ ਵਿੱਚ ਨਹੀਂ ਸਾਨੂੰ ਦੱਸੀਆਂ ਗਈਆਂ। ਸੋ
ਅਗਰ ਉਹ ਤੁਹਾਡੇ 'ਚ ਕੋਈ ਜਾਣਨਾ ਮੰਗਦਾ ਤੇ ਮੈਂ ਤੁਹਾਨੂੰ ਦੇ ਸਕਦਾ, ਕਿਉਂਕਿ ਉਹਨਾਂ ਦੇ ਅਨੁਸਾਰ ਨੂੰਹ ਦੀ ਪਤਨੀ ਤੋਂ ਇੱਕ ਬੱਚਾ ਹੋਰ ਪੈਦਾ ਹੋਇਆ, ਔਰ ਜਿਨ੍ਹਾਂ ਤੋਂ ਉਹਨਾਂ ਦੇ ਰਾਜਿਆਂ ਦੀਆਂ ਗੱਦੀਆਂ ਸ਼ੁਰੂ ਹੋਈਆਂ, ਜਿਨ੍ਹਾਂ ਤੋਂ ਉਹ ਲੋਕ ਪੈਦਾ ਹੋਏ। ਸੋ ਐਨੀ ਹਾਓ ਸੇਮ ਬਿਲੀਵ ਇੰਡੋਨੇਸ਼ੀਅਨ ਲੋਕਾਂ ਦਾ ਵੀ ਆ, ਫਿਲੀਪੀਨਸ ਦੇ ਲੋਕਾਂ ਦਾ ਵੀ ਆ, ਕੋਰੀਅਨ ਲੋਕਾਂ ਦਾ ਵੀ ਆ, ਜਿਹੜੇ ਸਾਰੇ ਉਹ ਚੀਨੀਆਂ ਦੇ ਵਰਗੇ ਲੱਗਦੇ ਆ, ਉਹਨਾਂ ਲੋਕਾਂ ਦਾ ਸੇਮ ਵਿਸ਼ਵਾਸ ਹੈ। ਸੋ ਅਗਰ ਤੁਹਾਡੇ ਜੇ ਕੋਈ ਜਾਣਨਾ ਮੰਗੇ, ਆਈ ਕੈਨ ਗਿਵ ਦੈਟ ਇਨਫੋਰਮੇਸ਼ਨ ਟੂ ਯੂ, ਪਰ ਬਾਈਬਲ ਦੇ ਵਿੱਚ ਨਹੀਂ ਦਿੱਤੀ ਗਈ, ਸੋ ਮੈਂ ਇਸ ਦਾ ਜ਼ਿਕਰ ਨਹੀਂ ਕਰਨਾ ਮੰਗਦਾ, ਉਹਦੇ ਵਿੱਚ ਮੈਂ ਜ਼ਿਆਦਾ ਨਹੀਂ ਜਾਣਾ ਮੰਗਦਾ। ਲੇਕਿਨ ਦੇਖੋ ਇੱਥੇ ਜਿਹੜੀ ਮੇਨ ਚੀਜ਼ ਉਹ ਇਹ ਨਹੀਂ ਕਿ ਉਹਨੇ ਸਰਾਫ ਕੀ ਦਿੱਤੇ ਤੇ ਬਰਕਤਾਂ ਕੀ ਦਿੱਤੀਆਂ, ਉਹ ਤਾਂ ਅਸੀਂ ਦੇਖਦੇ ਆ ਰਹੇ ਹਾਂ। ਲੇਕਿਨ ਇੱਥੇ ਅੰਗੂਰ ਦੀ ਵੇਲ ਨੂੰ ਵੀ ਇੱਕ ਸਰਾਫ ਮਿਲ ਗਿਆ, ਉਹਦੇ ਫਲ ਨੂੰ ਵੀ ਸਰਾਫ ਮਿਲ ਗਿਆ, ਉਸ ਤੋਂ ਬਣੀਆਂ ਚੀਜ਼ਾਂ ਨੂੰ ਵੀ ਸਰਾਫ ਮਿਲ ਗਿਆ ਕਿ ਪ੍ਰਭੂ ਦਾ ਬੰਦਾ ਉਸ ਤੋਂ ਪੈਦਾ, ਉਹ ਉਸ ਨੂੰ ਵਰਤ ਨਹੀਂ ਸਕਦਾ, ਜਿਹੜਾ ਨਜ਼ਰ ਕੀਤਾ ਆ ਉਹ ਨਹੀਂ ਉਸ ਨੂੰ ਵਰਤ ਸਕਦਾ। ਜਿਸ ਵੇਲੇ ਅਸੀਂ ਨਵੇਂ ਨਿਯਮ 'ਚ ਜਾਂਦੇ ਤੇ 15ਵੇਂ ਭਾਵ ਦੇ ਵਿੱਚ ਜਾ ਕੇ ਪ੍ਰਭੂ ਨੇ, ਯਹੂਨਾ ਦੇ 15ਵੇਂ ਭਾਵ ਦੇ ਵਿੱਚ ਜਾ ਕੇ ਪ੍ਰਭੂ ਨੇ ਅੰਗੂਰ ਦੀ ਵੇਲ ਨੂੰ ਬਰਕਤ ਮੁੜ ਕੇ ਫੇਰ ਦਿੱਤੀ। ਸੋ ਇੱਥੇ ਅਸੀਂ ਇਹ ਦੇਖਦੇ ਪਏ ਹਾਂ ਕਿ ਉਹ ਨਾ ਤਾਂ ਦਾਖਸਾਰ ਪੀ ਸਕਦੀ ਆ, ਨਾ ਉਸਦਾ ਕੋਈ ਫਲ ਖਾ ਸਕਦੀ ਆ, ਨਾ ਉਸਦਾ ਕੋਈ ਰਸ ਖਾ ਸਕਦੀ ਆ, ਜਿੰਨੀ ਦੇਰ ਤੱਕ ਉਹ ਪੁੱਤਰ ਪੈਦਾ ਨਹੀਂ ਹੋਏਗਾ। ਔਰ ਉਸ ਤੋਂ ਬਾਅਦ ਉਹ ਵੀ ਇਹਨਾਂ ਚੀਜ਼ਾਂ ਨੂੰ ਵਰਤ ਨਹੀਂ ਸਕਦਾ। ਉਸਦੇ ਬਾਲਾਂ ਨੂੰ ਕਦੀ ਕੈਂਚੀ ਨਹੀਂ ਲੱਗੇਗੀ, ਉਸ ਨੂੰ ਨਜ਼ੀਰ ਬਣਾ ਕੇ ਰੱਖਿਆ ਜਾਏਗਾ ਤਾਂ ਕਿ ਸਾਰੀ ਆਲੇ ਦੁਆਲੇ ਦੇ ਲੋਕ ਦੇਖ ਸਕਣ ਕਿ ਇਸ ਨੂੰ ਪ੍ਰਭੂ ਦੇ ਲਈ ਵੱਖਰਾ ਕੀਤਾ ਗਿਆ। ਠੀਕ, ਇਸ ਦੇ ਵਿੱਚ ਅਸੀਂ ਅਗਲਾ ਸਾਰਾ ਹਫਤਾ ਗੁਜ਼ਾਰਨਾ ਇਸ ਇਹਨਾਂ 4 ਚੈਪਟਰਾਂ ਦੇ ਵਿੱਚ। there is so much in there, there is so much। ਇਹਨਾਂ 4 ਚੈਪਟਰਾਂ 'ਚ ਇੰਨਾ ਕੁਛ ਆ, ਇੰਨਾ ਕੁਛ ਸਾਨੂੰ ਬਰਕਤ ਦੇਣ ਵਾਲਾ ਕਿ ਇਹਨਾਂ ਦੇ ਵਿੱਚ ਉਹ ਚੀਜ਼ਾਂ ਕਿ ਜਿਸ ਵੇਲੇ ਅਸੀਂ ਉਹਨਾਂ ਨੂੰ ਦੇਖਦੇ ਹਾਂ ਤੇ ਉਸ ਬਰਕਤ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਪ੍ਰਭੂ ਨੇ ਕਿੰਨਾ ਕੁਝ ਸਾਡੇ ਲਈ ਕੀਤਾ ਹੈ। ਹਾਲੇ ਤੱਕ ਤਾਂ ਅਸੀਂ ਉਹਨਾਂ ਲਈ ਦੇਖਦੇ ਪਏ ਹਾਂ ਨਾ, ਇਹਦੇ ਵਿੱਚੋਂ ਇਹ ਵੀ ਦੇਖਣਾ ਪ੍ਰਭੂ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੈ। ਸੋ ਉਸ ਔਰਤ ਦੇ ਪਤੀ ਨੂੰ, ਉਹਨੇ ਜਾ ਕੇ ਆਪਣੇ ਪਤੀ ਨੂੰ ਸਭ ਕੁਝ ਦੱਸਿਆ ਕਿ ਮੈਨੂੰ ਇੱਕ ਬੰਦਾ ਮਿਲਿਆ, ਦੇਖਣ ਨੂੰ ਉਹ ਫਰਿਸ਼ਤੇ ਵਰਗਾ ਲੱਗਦਾ ਸੀ, ਔਰ ਉਸਨੇ ਮੈਨੂੰ ਇਹ ਸਾਰੀਆਂ ਚੀਜ਼ਾਂ ਦੱਸੀਆਂ। ਉਸਨੇ ਮੈਨੂੰ ਦੱਸਿਆ ਕਿ ਤੇਰੇ ਘਰ ਇੱਕ ਪੁੱਤਰ ਪੈਦਾ ਹੋਏਗਾ, ਔਰ ਤੂੰ ਉਸ ਪੁੱਤਰ ਨੂੰ ਜਿੰਨੀ ਦੇਰ ਤੱਕ ਨਹੀਂ ਪੈਦਾ ਹੋਏਗਾ ਤੂੰ ਇਹਨਾਂ ਚੀਜ਼ਾਂ ਨੂੰ ਨਹੀਂ, ਔਰ ਉਹ ਹਮੇਸ਼ਾ ਨਜ਼ੀਰ ਬਣਾ ਕੇ ਤੂੰ ਉਸਨੂੰ ਰੱਖੀ, ਉਸਦੀਆਂ ਬਾਲਾਂ ਨੂੰ ਕਦੀ ਉਸ ਤਰ੍ਹਾਂ ਨਹੀਂ ਲੱਗਣਾ ਚਾਹੀਦਾ। ਸੋ ਉਸਦੇ ਪਤੀ ਨੇ, ਕਿਉਂਕਿ ਬਹੁਤਾ ਕੁਝ ਹੋ ਨਹੀਂ ਸੀ ਰਿਹਾ, ਜੇ ਕੁਝ ਥੋੜਾ ਬਹੁਤਾ ਹੋ ਰਿਹਾ ਸੀ ਤੇ ਅਫਰਾਇਮ ਦੇ ਕਬੀਲੇ ਦੇ ਵਿੱਚ ਹੋ ਰਿਹਾ ਸੀ। ਇੱਕ ਯਿਫਤਾ ਉੱਥੇ ਸੀਗਾ, ਉਹਦਾ ਸਮਾਂ ਪੂਰਾ ਹੋ ਰਿਹਾ ਸੀ, ਉਸਨੇ ਵੱਡੇ ਵੱਡੇ ਕੰਮ ਕੀਤੇ ਸੀ, ਔਰ ਦੂਸਰਾ ਉਸ ਸਮੇਂ ਦੇ ਵਿੱਚ ਜੋ ਨਾਲ ਨਾਲ ਹੋ ਰਿਹਾ ਸੀ ਉਹ ਅਸੀਂ ਪ੍ਰਭੂ ਦੇ ਵਚਨ ਚ ਜਦੋਂ ਦੇਖਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਉੱਥੇ ਸੈਮੂਅਲ ਦੇ ਨਾਲ ਕੁਛ ਨਵਾਂਪਨ ਅਫਰਾਇਮ ਦੇ ਕਬੀਲੇ ਦੇ ਵਿੱਚ ਆ ਰਿਹਾ ਸੀ। ਲੇਕਿਨ ਉਹ ਨਵਾਂਪਨ ਉੱਥੇ ਨਹੀਂ ਸੀ। ਉਸਦਾ ਕਾਰਨ ਇਹ ਸੀ ਕਿ ਏਲੀ ਔਰ ਉਸਦੇ ਪੁੱਤਰ, ਉਹਨਾਂ ਨੇ ਇੱਕ ਤਰ੍ਹਾਂ ਦਾ ਸਾਰੇ ਅਫਰਾਇਮ ਦੇ ਕਬੀਲੇ ਦੇ ਵਿੱਚ ਬਹੁਤ ਸਾਰੀ ਕਰਪਸ਼ਨ ਸ਼ੁਰੂ ਕੀਤੀ ਸੀ। ਉਹ ਪੈਸੇ ਲੈ ਕੇ ਲੋਕਾਂ ਦੇ ਲਈ ਉਹਨਾਂ ਦੇ ਲਈ ਉਹ ਜੱਜਮੈਂਟ ਦਿੰਦੇ ਸੀ ਤਾਂ ਕਿ ਕੇਸ ਝੂਠੇ, ਉਹਨਾਂ ਦਾ ਝੂਠਾ ਨਿਆਂ ਕਰਦੇ ਪਏ ਸੀ। ਸੋ ਉਹ ਸਾਰੀਆਂ ਚੀਜ਼ਾਂ ਉੱਥੇ ਹੋ ਰਹੀਆਂ ਸੀ। ਔਰ ਇਸੇ ਸਮੇਂ ਦੇ ਵਿੱਚ ਜਦੋਂ ਅਸੀਂ ਦੇਖਦੇ ਪਏ ਹਾਂ ਤੇ ਪ੍ਰਭੂ ਦਾਨ ਦੇ ਕਬੀਲੇ ਨੂੰ ਵੀ, ਕਿਉਂਕਿ ਫਿਲਿਸਤੀਨੀ ਉੱਥੋਂ 40 ਸਾਲ ਤੱਕ ਫਿਲਿਸਤੀਨੀਆਂ ਨੇ ਉਹਨਾਂ ਨੂੰ ਆਪਣਿਆਂ ਪੈਰਾਂ ਦੇ ਵਿੱਚ ਰੋਲਿਆ ਸੀ, ਔਰ ਪ੍ਰਭੂ ਉਹਨਾਂ ਦੇ ਵਿੱਚ ਇੱਕ ਵੱਡਾ ਕੰਮ ਕਰਦਾ ਗਿਆ।
ਉਹਨਾਂ ਨੂੰ ਛੁਟਕਾਰਾ ਦੇਣ ਜਾ ਰਿਹਾ। ਔਰ ਸਾਨੂੰ ਜਿਹੜੀ ਮੇਨ ਚੀਜ਼ ਆ ਉਹ ਇਹ ਦੇਖਣੀ ਪੈਣੀ ਆ, ਜਿਸ ਲਈ ਅਸੀਂ 5ਵੀਂ ਆਇਤ ਨੂੰ ਦੇਖਦੇ ਹਾਂ। 5ਵੀਂ ਆਇਤ ਦੇ ਵਿੱਚ ਲਿਖਿਆ ਕਿ ਆਪਣੇ ਪੁੱਤਰ ਦੇ ਜਨਮ ਤੋਂ ਪਿੱਛੋਂ ਤੂੰ ਉਸਦੇ ਉੱਤੇ ਸਿਰ ਉੱਤੇ ਉਸਤਰੇ ਦਾ ਵਾਲ ਨਾ ਲਾਵੀਂ, ਉਹ ਜਨਮ ਤੋਂ ਹੀ ਪਰਮੇਸ਼ਰ ਦਾ ਨਜ਼ੀਰ ਹੋਵੇਗਾ ਅਤੇ ਉਹ ਇਜ਼ਰਾਈਲੀ ਲੋਕਾਂ ਨੂੰ ਫਿਲਿਸਤੀ ਲੋਕਾਂ ਤੋਂ ਛੁਟਕਾਰਾ ਦੇਣ ਦਾ ਕੰਮ शुरू करेगा, काम शुरू करेगा, खत्म नहीं करेगा, शुरू करेगा। क्यों? क्योंकि इस तो बाद राजा साउल आ रहा और उस तो बाद दाऊद आ रहा और उस तो बाद सुलेमान आ रहा। सो काम शुरू करेगा। ਜਿਹੜੀ शुरुआत ਕੀਤੀ ਆ ਉਹ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ। ਉਹ ਸੈਮਸਨ ਨੇ ਕੀਤੀ ਆ ਜਾਂ ਸਮਸੂਨ ਨੇ, ਜੋ ਇਸ ਤਰ੍ਹਾਂ ਐਕਚੁਅਲੀ ਆਹ ਜਿਹੜਾ ਨਾਂ ਸਮਸੂਨ ਆ ਇਹ ਸਹੀ ਨਾਂ, ਸਮਸੂਨ ਨੇ ਇਹ ਕੰਮ ਸਾਰਾ ਕਰਨਾ ਸ਼ੁਰੂ ਕੀਤਾ। ਸੋ ਅਸੀਂ ਜਿਸਲੇ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ, ਸੋ ਉਸਨੇ ਆਪਣੇ ਪਤੀ ਨੂੰ ਜਾ ਕੇ ਦੱਸਿਆ ਕਿ ਮੇਰੇ ਕੋਲ ਇੱਕ ਫਰਿਸ਼ਤਾ ਆਇਆ। ਮੈਨੂੰ ਫਰਿਸ਼ਤਾ ਡਰਾਉਣਾ ਵੀ ਲੱਗਦਾ ਸੀ ਤੇ ਫਰਿਸ਼ਤਾ ਵੀ ਲੱਗਦਾ ਸੀ। ਤਾਂ ਉਹਨੇ ਕਿਹਾ ਕਿ ਤੂੰ ਇਹ ਕੰਮ ਨਾ ਕਰੀ, ਪ੍ਰਭੂ ਤੈਨੂੰ ਬੱਚੇ ਦੀ ਦਾਤ ਦੇਗਾ। ਉਸਨੇ ਕਿਹਾ ਕਿ ਠੀਕ ਆ। ਉਸਨੇ ਪ੍ਰਭੂ ਦੇ ਅੱਗੇ ਦੁਆ ਕੀਤੀ ਕਿ ਪ੍ਰਭੂ ਸੱਚਮੁੱਚ ਉਹ ਸਮਾਂ ਆ ਗਿਆ, ਤੂੰ ਸਾਨੂੰ ਛੁਟਕਾਰਾ ਦੇਣ ਜਾ ਰਹੇ ਆ। ਤਾਂ ਉਸਨੇ ਆਪ ਪ੍ਰਭੂ ਦੇ ਅੱਗੇ ਦੁਆ ਕੀਤੀ, ਜੇ ਸੱਚਮੁੱਚ ਤੂੰ ਆਇਆ ਤੇ ਤੂੰ ਮੇਰੇ ਤੇ ਵੀ ਕਿਰਪਾ ਕਰ। ਸੋ ਪ੍ਰਭੂ ਦਾ ਫਰਿਸ਼ਤਾ ਅਗਲੇ ਦਿਨ ਉਸਦੀ ਪਤਨੀ ਜਿਹੜੀ ਸੀ, ਉਸਦੀ ਪਤਨੀ ਦੇ ਕੋਲ ਫਿਰ ਆਇਆ। ਉਸਦੀ ਪਤਨੀ ਨੇ ਆਪਣੇ ਪਤੀ ਨੂੰ ਸੱਦਿਆ ਔਰ ਉਸਨੇ ਉਹ ਸਾਰੀਆਂ ਚੀਜ਼ਾਂ ਉਸਨੂੰ ਇੱਕ ਵਾਰ ਫੇਰ ਦੱਸੀਆਂ ਕਿ ਤੂੰ ਮੇਰੀਆਂ ਦੱਸੀਆਂ ਹੋਈਆਂ ਚੀਜ਼ਾਂ ਦੇ ਉੱਤੇ ਤੁਸੀਂ ਦੋਨਾਂ ਨੇ ਧਿਆਨ ਦੇਣਾ ਔਰ ਇਸ ਤਰ੍ਹਾਂ ਤੁਹਾਡੇ ਕਬੀਲੇ ਔਰ ਇਸ ਤਰ੍ਹਾਂ ਤੁਹਾਡੇ ਲੋਕਾਂ ਦਾ ਛੁਟਕਾਰੇ ਦਾ ਸਮਾਂ ਆ ਗਿਆ। ਸੋ ਅਸੀਂ ਹੁਣ ਬਾਕੀ ਕੱਲ ਨੂੰ ਦੇਖਾਂਗੇ, ਕੱਲ ਨੂੰ ਇਹਦੇ ਵਿੱਚ ਅੱਗੇ ਵਧਾਂਗੇ। ਕੱਲ ਨੂੰ ਅਸੀਂ ਇਹ ਜਿਹੜਾ ਹਿੱਸਾ ਪੜ੍ਹਿਆ ਸਿਰਫ ਇਸ ਦੇ ਬਾਰੇ ਦੇਖਾਂਗੇ ਮੂਵੀ, ਔਰ ਫਿਰ ਅਸੀਂ ਵਚਨ ਦੇ ਵਿੱਚ ਅੱਗੇ ਵਧਾਂਗੇ। ਲੈਟਸ ਪ੍ਰੇ। ਕੱਲ ਨੂੰ ਨਹੀਂ, ਅਸੀਂ ਹੁਣ ਮੰਡੇ ਨੂੰ ਦੁਆਰਾ। ਔਰ ਮੇਰੀ ਦੁਆ ਕਿ ਕਿਉਂਕਿ ਸਬਤ ਦਾ ਦਿਨ ਸਾਡੇ ਲਈ ਤਿਉਹਾਰ ਆ, ਸਬਤ ਦਾ ਦਿਨ ਸਾਡੇ ਲਈ ਤਿਉਹਾਰ। ਔਰ ਸਾਡੇ ਪ੍ਰਭੂ ਨੇ ਕਿਹਾ ਕਿ ਅਗਰ ਤੁਹਾਡੀ ਮਜਬੂਰੀ ਆ ਕਿ ਤੁਸੀਂ ਪ੍ਰਭੂ ਦੇ ਘਰ ਨਹੀਂ ਜਾ ਸਕਦੇ, ਪ੍ਰਭੂ ਤੁਹਾਡੀ ਮਜਬੂਰੀ ਨੂੰ ਜਾਣਦਾ। ਪਰ ਅਗਰ ਤੁਹਾਡੀ ਮਰਜ਼ੀ ਹੈ ਤੇ ਫਿਰ ਅਸੀਂ ਇੱਥੇ ਲੋਕਾਂ ਨੂੰ ਮਰਜ਼ੀਆਂ ਕਰਦੇ ਦੇਖਦੇ ਪਏ, ਮਰਜ਼ੀਆਂ ਦੀ ਸਜ਼ਾ ਮਿਲਦੀ ਹੈ। ਮਜਬੂਰੀਆਂ ਪ੍ਰਭੂ ਦੂਰ ਕਰ ਦਿੰਦਾ ਹੈ। ਪ੍ਰਭੂ ਦੇ ਘਰ ਜਾਓ, ਪ੍ਰਭੂ ਦਾ ਬੰਦਾ ਜੋ ਤੁਹਾਡੀ ਸੇਵਾ ਕਰਦਾ ਪਿਆ ਉਹਦੇ ਲਈ ਬਰਕਤ ਦਾ ਕਾਰਨ ਬਣੋ। ਔਰ ਜਿਹੜੇ ਸਾਡੇ ਭੈਣ ਭਰਾ ਇੱਥੇ ਆ, ਹੁਣ ਅਸੀਂ ਸੰਡੇ ਨੂੰ ਮਿਲਾਂਗੇ ਔਰ ਪ੍ਰਭੂ ਦੇ ਨਾਮ ਦੇ ਵਿੱਚ ਅੱਗੇ ਵਧਾਂਗੇ। ਆਓ ਦੁਆ ਕਰੀਏ। ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਹਾਂ ਤੇਰੇ ਇਸ ਮਿੱਠੇ ਪਿਆਰੇ ਵਚਨ ਦੇ ਲਈ। ਖੁਦਾਵੰਦ ਸਾਡੇ ਪੱਲੇ ਕੁਛ ਨਹੀਂ ਸਾਡੇ ਕੋਲ ਸਵਾਏ ਤੇਰੇ ਤੋਂ, ਔਰ ਜਿਸ ਦੇ ਕੋਲ ਤੂੰ ਆ ਉਸ ਦੇ ਕੋਲ ਸਭ ਕੁਛ ਹੈ। ਫਿਲਿਸਤੀਆਂ ਦੀ ਸਾਰੀ ਕੌਮ ਔਰ ਪ੍ਰਭੂ ਜੀ ਉਹਨਾਂ ਦੇ ਰਾਜ ਨੂੰ ਇੱਕ ਬੰਦੇ ਨੇ ਇੰਨਾ ਬਖਤ ਪਾ ਦਿੱਤਾ ਕਿਉਂਕਿ ਉਸਦੇ ਕੋਲ ਤੇਰਾ ਆਤਮਾ ਸੀ। ਔਰ ਜਦ ਤੇਰਾ ਆਤਮਾ ਉਸਦੇ ਉੱਤੇ ਉਤਰਦਾ ਸੀ ਪ੍ਰਭੂ ਜੀ, ਤੇ ਤੂੰ ਆਪਣੇ ਮਹਾਨ ਕੰਮ ਕਰਦਾ ਸੀ। ਅਸੀਂ ਤੇਰਾ ਸ਼ੁਕਰ ਕਰਦੇ ਹਾਂ, ਤੂੰ ਆਪਣਾ ਆਤਮਾ ਸਾਨੂੰ ਦਿੱਤਾ। ਪਿਆਰੇ ਪ੍ਰਭੂ, ਮੇਰੇ ਭੈਣਾਂ ਭਰਾਵਾਂ ਦੇ ਨਾਲ ਤੂੰ ਬਣਿਆ ਰਹਿ ਔਰ ਮੇਰੇ ਨਾਲ ਵੀ। ਤਨ ਨੂੰ ਤੰਦਰੁਸਤੀ ਦੇ, ਮਨ ਨੂੰ ਆਪਣੀ ਸ਼ਾਂਤੀ, ਆਤਮਾ ਨੂੰ ਆਪਣੀ ਨਜ਼ਦੀਕੀ ਬਖਸ਼। ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖੀ। ਆਪਣੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਅਸੀਂ ਇਹ ਸਭ ਕੁਝ ਮੰਗਦੇ ਹਾਂ। ਸਾਡੀ ਦੁਆ ਨੂੰ ਸੁਣ ਕਬੂਲ ਕਰ। ਔਰ ਸਾਰੇ ਭੈਣ ਭਰਾ ਕਹਿਣ ਆਮੀਨ। ਸੋ ਮੰਡੇ ਨੂੰ ਅਸੀਂ ਸੈਮਸਨ ਦੀ
ਬਾਕੀ ਦੀ ਜਿਹੜੀ ਸਟੋਰੀ ਆ ਉਸਨੂੰ ਅੱਗੇ ਲੈ ਕੇ ਚੱਲਾਂਗੇ ਔਰ ਦੇਖਾਂਗੇ ਕਿ ਪ੍ਰਭੂ ਨੇ ਕਿਸ ਤਰ੍ਹਾਂ ਸਾਨੂੰ ਇਸ ਦੇ ਵਿੱਚ ਇੱਕ ਬਰਕਤ ਦਿੱਤੀ ਆ। ਸੀ ਯੂ ਆਲ ਮੰਡੇ ਔਰ ਆਪਣੇ ਭੈਣ ਭਰਾਵਾਂ ਨੂੰ ਅਸੀਂ ਸੰਡੇ ਮਿਲਾਂਗੇ।